ਆਪਣੇ ਮਾਰਨਿੰਗ ਦੇ ਟੌਪਿਕ ਨੂੰ ਫਰਦਰ ਐਕਸਪਲੋਰ ਕਰਦੇ ਹਾਂ, ਆਓ ਅਸੀਂ ਸੈਕਿੰਡ ਪਾਰਟ ਦੀ ਡਿਸਕਸ਼ਨ ਸ਼ੁਰੂ ਕਰਦੇ ਹਾਂ, ਜਿਹਦੇ ਵਿੱਚ ਅਸੀਂ ਰੋਬਿਨ ਸ਼ਰਮਾ ਦੀ ਪਪੂਲਰ ਬੁੱਕ ਦ 5 AM ਕਲੱਬ ਨੂੰ ਵਿਚਾਰ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਪਿਛਲੇ ਟੌਪਿਕ ਦੇ ਵਿੱਚ 20-20-20 ਫਾਰਮੂਲਾ ਡਿਟੇਲ ਦੇ ਵਿੱਚ ਡਿਸਕਸ ਕੀਤਾ ਸੀ, ਅਸੀਂ ਇਸ ਟੌਪਿਕ ਦੇ ਵਿੱਚ ਗੱਲ ਕਰਾਂਗੇ ਟਵਿਨ ਸਾਈਕਲ ਆਫ ਐਲੀਟ ਪਰਫਾਰਮਰਸ ਦੇ ਬਾਰੇ। ਰੋਬਿਨ ਸ਼ਰਮਾ ਇਸ ਟੌਪਿਕ ਦੇ ਅੰਦਰ ਡਿਸਕਸ ਕਰਦੇ ਹਨ ਕਿ ਜੇਕਰ ਅਸੀਂ ਐਲੀਟ ਪਰਫਾਰਮਰਸ ਦੀ ਲਾਈਫ ਦੇ ਵਿੱਚ ਝਾਤ ਕੇ ਦੇਖੀਏ ਤੇ ਸਾਨੂੰ ਉਹਨਾਂ ਦਾ ਟਵਿਨ ਸਾਈਕਲ ਸਮਝਣਾ ਬਹੁਤ ਜ਼ਰੂਰੀ ਹੈ। ਟਵਿਨ ਸਾਈਕਲ ਤੋਂ ਭਾਵ ਹੈ ਦਿਨ ਅਤੇ ਰਾਤ ਦੀ ਕੰਬੀਨੇਸ਼ਨ, ਜਾਂ ਕਿ ਸਾਡਾ ਰੈਸਟ ਅਤੇ ਵਰਕਿੰਗ ਫੇਜ਼। ਦਿਨ ਅਤੇ ਰਾਤ ਦੇ ਟੌਪਿਕ ਨੂੰ ਜੇਕਰ ਅਸੀਂ ਬਾਣੀ ਦੀ ਨਜ਼ਰ ਤੋਂ ਦੇਖੀਏ ਤੇ ਅਸੀਂ ਰੋਜ਼ ਹੀ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ। ਲੇਕਿਨ ਅਕਸਰ ਇਸ ਪੰਕਤੀ ਨੂੰ ਅਸੀਂ ਵਿਚਾਰਦੇ ਨਹੀਂ ਹਾਂ। ਇਸ ਪੰਕਤੀ ਨੂੰ ਅਗਰ ਅਸੀਂ ਡੀਪਲੀ ਵਿਚਾਰੀਏ, ਪੁਰਾਣੇ ਸਮਿਆਂ ਦੇ ਵਿੱਚ ਜਿੱਥੇ ਰਾਜਾ ਮਹਾਰਾਜਾ ਆਪਣੇ ਬੱਚਿਆਂ ਦਾ ਧਿਆਨ ਰੱਖਣ ਦੇ ਲਈ ਇੱਕ ਫੀਮੇਲ ਮੇਡ ਰੱਖਦੇ ਸਨ, ਉਸੇ ਤਰ੍ਹਾਂ ਇੱਕ ਮੇਲ ਮੇਡ ਵੀ ਰੱਖਿਆ ਜਾਂਦਾ ਸੀ, ਜਿਸ ਨੂੰ ਕਿ ਦਾਈ ਅਤੇ ਦਾਇਆ ਕਹਿੰਦੇ ਹਨ। ਇਸੇ ਕੰਟੈਕਸਟ ਦੀ ਹੈਲਪ ਲੈਂਦਿਆਂ ਇਸ ਪਾਰਟਿਕੂਲਰ ਸ਼ਬਦ ਦੇ ਅੰਦਰ ਇਹੀ ਐਕਸਪਲੇਨ ਕੀਤਾ ਗਿਆ ਹੈ ਕਿ ਪਰਮਾਤਮਾ ਨੇ ਅਤੇ ਅਕਾਲ ਪੁਰਖ ਨੇ ਦੁਨੀਆ ਦੇ ਜੀਵਾਂ ਦੀ ਰਾਖੀ ਦੇ ਲਈ ਦਿਨ ਅਤੇ ਰਾਤ ਸਾਨੂੰ ਦਾਈ ਦਾਇਆ ਦੇ ਨਿਆਂ ਦਿੱਤੇ ਹਨ। ਜਿੱਥੇ ਕਿ ਅਸੀਂ ਦਿਨ ਦੇ ਅੰਦਰ ਆਪਣੀ ਐਕਟੀਵਿਟੀਜ਼, ਆਪਣੇ ਕਰਮ ਕਰਦੇ ਹਾਂ, ਐਗਜ਼ੈਕਟਲੀ ਉਸੇ ਤਰੀਕੇ ਦੇ ਨਾਲ ਰਾਤ ਦੇ ਅੰਦਰ ਵੀ ਸਾਡੇ ਬਾਡੀ ਦੇ ਅੰਦਰ ਕਈ ਤਰ੍ਹਾਂ ਦੇ ਚੇਂਜਸ ਗੁਜ਼ਰਦੇ ਹਨ, ਜੋ ਕਿ ਕੰਪਲੀਟਲੀ ਰਿਸਪੌਂਸਿਬਲ ਹੁੰਦੇ ਹਨ ਸਾਡੇ ਇੱਕ ਕੰਪਲੀਟ ਹਿਊਮਨ ਬੀਇੰਗ ਬਣਨ ਦੇ ਵਿੱਚ। ਰਾਤ ਉਹ ਸਮਾਂ ਹੁੰਦਾ ਹੈ ਜਦੋਂ ਸਾਡੀ ਬਾਡੀ ਆਪਣੇ ਨਿਊਰੋ ਸਟਰਕਚਰ ਅਤੇ ਨਿਊਟ੍ਰੀਐਂਟਸ ਨੂੰ ਐਬਜ਼ੌਰਬ ਕਰ ਰਹੀ ਹੁੰਦੀ ਹੈ, ਔਰ ਸਾਡੇ ਬ੍ਰੇਨ ਦੇ ਅੰਦਰ ਸਾਡੇ ਨਿਊਰੋ ਸਟਰਕਚਰਸ ਦੇ ਅੰਦਰ ਕਈ ਤਰ੍ਹਾਂ ਦੇ ਚੇਂਜਸ ਗੁਜ਼ਰਦੇ ਹਨ। ਇਨਫੈਕਟ ਇਹ ਰੈਸਟ ਫੇਜ਼ ਹੀ ਡਿਸਾਈਡ ਕਰਦੀ ਹੈ ਕਿ ਅਸੀਂ ਕੌਨਸ਼ੀਅਸ ਲਾਈਫ ਦੇ ਅੰਦਰ ਕਿਸ ਤਰ੍ਹਾਂ ਦੇ ਐਕਸ਼ਨਸ ਅਤੇ ਕਿਸ ਤਰ੍ਹਾਂ ਦੀ ਕੁਆਲਿਟੀ ਲਾਈਫ ਨੂੰ ਪ੍ਰੋਜੈਕਟ ਕਰਾਂਗੇ। ਇਸ ਕਰਕੇ ਸਾਨੂੰ ਇਸ ਦਿਨ ਅਤੇ ਰਾਤ ਦੇ ਬੈਲੈਂਸ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ। ਅਕਸਰ ਸਾਡੇ ਮਨਾਂ ਦੇ ਵਿੱਚ ਇਹ ਨੋਸ਼ਨ ਬਣਿਆ ਦਾ ਹੈ ਕਿ ਜੋ ਇਨਸਾਨ ਜਿੰਨੇ ਜ਼ਿਆਦਾ ਸਮੇਂ ਤੱਕ ਕੰਮ ਕਰੇਗਾ ਉਹ ਉਤਨਾ ਜ਼ਿਆਦਾ ਹੀ ਸਕਸੈਸਫੁਲ ਹੋਏਗਾ। ਜਦੋਂ ਕਿ ਰੋਬਿਨ ਸ਼ਰਮਾ ਇਹ ਦੱਸਦੇ ਹਨ ਕਿ ਦੁਨੀਆ ਦੇ ਟੌਪ ਮਿਲੀਅਨਰਸ ਅਤੇ ਬਿਲੀਅਨਰਸ ਦੇ ਨਾਲ ਵਿਚਾਰਾਂ ਕਰਦਿਆਂ ਉਹਨਾਂ ਨੇ ਇਹ ਦੇਖਿਆ ਕਿ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਬੈਲੈਂਸ ਬਣਿਆ ਦਾ ਹੈ ਉਹਨਾਂ ਦਾ ਰੈਸਟ ਅਤੇ ਵਰਕਿੰਗ ਫੇਜ਼ ਦੇ ਵਿੱਚ। ਇਸ ਤੋਂ ਭਾਵ ਹੈ ਕਿ ਉਹਨਾਂ ਦਾ ਵਰਕ ਅਤੇ ਰੈਸਟ ਰੇਸ਼ੋ ਇੱਕਦਮ ਪਰਫੈਕਟਲੀ ਬੈਲੈਂਸਡ ਰਹਿੰਦਾ ਹੈ। ਅਸੀਂ ਸਿਰਫ ਤਾਂ ਹੀ ਗਰੋ ਨਹੀਂ ਕਰਦੇ ਹਾਂ ਜਦੋਂ ਅਸੀਂ ਕੰਮ ਕਰਦੇ ਹਾਂ, ਰਾਦਰ ਅਸੀਂ ਤਾਂ ਵੀ ਗਰੋ ਕਰਦੇ ਹਾਂ ਜਦੋਂ ਅਸੀਂ ਸੌਂਦੇ ਹਾਂ। ਇਸ ਟੌਪਿਕ ਨੂੰ ਫਰਦਰ ਸਮਝਣ ਦੇ ਲਈ ਸਭ ਤੋਂ ਅੱਛਾ ਐਗਜ਼ਾਮਪਲ ਹੈ ਇੱਕ ਫਾਰਮਰ ਦਾ। ਇੱਕ ਕਿਸਾਨ ਸਭ ਤੋਂ ਪਹਿਲਾਂ ਜ਼ਮੀਨ ਤਿਆਰ ਕਰਦਾ ਹੈ, ਫਿਰ ਉਹਦੇ ਵਿੱਚ ਬੀਜ ਬੋਂਦਾ ਹੈ ਅਤੇ ਉਹਦੀ ਰਾਖੀ ਕਰਦਾ ਹੈ, ਪਰ ਉਸ ਤੋਂ ਬਾਅਦ ਇੱਕ ਐਸਾ ਫੇਜ਼ ਆਉਂਦਾ ਹੈ ਜਦੋਂ ਐਕਚੁਅਲੀ ਦੇ ਅੰਦਰ ਉਹ ਕੁਝ ਜ਼ਿਆਦਾ ਨਹੀਂ ਕਰਦਾ ਹੈ। ਉਸ ਟਾਈਮ ਦੇ ਅੰਦਰ ਕੁਦਰਤ ਹੀ ਉਸ ਫਸਲ ਦੀ ਰਾਖੀ ਕਰ ਰਹੀ ਹੁੰਦੀ ਹੈ। ਇਹੀ ਸਮਾਂ ਉਸ ਫਸਲ ਦਾ ਰੈਸਟ ਫੇਜ਼ ਕਹਿਲਾਂਦਾ ਹੈ, ਜਦੋਂ ਉਹ ਜ਼ਿਆਦਾ ਕੁਝ ਕਰਦਾ ਨਹੀਂ ਹੈ, ਜਦੋਂ ਕਿ ਉਹ ਪਾਰਟਿਕੂਲਰ ਟਾਈਮ ਹੀ ਡਿਫਾਈਨ ਕਰਦਾ ਹੈ ਕਿ ਉਸ ਕ੍ਰੌਪ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਨਿਕਲੇਗੀ। ਕੁਝ ਲੋਕ ਐਸੇ ਵੀ ਦੇਖਣ ਜਾਂਦੇ ਹਨ ਕਿ ਜੋ ਸਲੀਪਿੰਗ ਟਾਈਮ ਨੂੰ ਇੱਕ ਵੇਸਟਫੁਲ ਟਾਈਮ ਦੱਸਦੇ ਹਨ, ਇਨਸਟੈਡ ਕੰਮ ਕਰਨ ਨੂੰ ਹੀ ਉਹ ਜ਼ਿਆਦਾ ਪ੍ਰੋਡਕਟਿਵ ਅਤੇ ਇਫੈਕਟਿਵ ਸਮਝਦੇ ਹਨ। ਅਕਸਰ ਅਸੀਂ ਇਹ ਟਰਮ ਸੁਣਦੇ ਹਾਂ ਵਰਕਹੋਲਿਕ ਲੋਕ। ਰੋਬਿਨ ਸ਼ਰਮਾ ਦਾ ਕਹਿਣਾ ਹੈ ਕਿ ਸਲੀਪਿੰਗ ਟਾਈਮ ਸਾਡੀ ਸਪੈਸ਼ਲ ਰੂਟੀਨ ਦਾ ਪਾਰਟ ਹੋਣਾ ਜ਼ਰੂਰੀ ਹੈ, ਪਰ ਇਸ ਦੇ ਨਾਲ ਹੀ ਅਸੀਂ ਉੱਠਣ ਦੀ ਗੱਲ ਜਿੱਥੇ ਕੀਤੀ ਹੈ ਉੱਥੇ ਹੀ ਸਾਨੂੰ ਸੌਣ ਦੇ ਪ੍ਰੋਸੈਸ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ। ਉਹ ਅੱਗੇ ਚੱਲ ਕੇ ਇਹ ਵੀ ਐਕਸਪਲੇਨ ਕਰਦੇ ਹਨ ਕਿ ਸਾਨੂੰ ਸੌਣ ਤੋਂ ਲਗਭਗ 1 ਜਾਂ 2 ਘੰਟੇ ਪਹਿਲਾਂ ਆਪਣੇ ਮੋਬਾਈਲ, ਲੈਪਟਾਪ, LED ਟੀਵੀਜ਼ ਜਾਂ ਕਿਸੇ ਵੀ ਇਲੈਕਟ੍ਰੋਨਿਕ ਗੈਜਟ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਉਹਨਾਂ ਤੋਂ ਦੂਰ ਹੋ ਜਾਣਾ ਚਾਹੀਦਾ ਹੈ। ਉਹਦਾ ਸਭ ਤੋਂ ਵੱਡਾ ਸਾਇੰਟੀਫਿਕ ਰੀਜ਼ਨ ਇਹ ਹੈ ਕਿ ਇਹ ਸਾਰੇ ਇਕਵਿਪਮੈਂਟਸ ਇੱਕ ਬਲੂ ਲਾਈਟ ਐਮਿਟ ਕਰਦੇ ਹਨ, ਜੋ ਕਿ ਸਾਡੇ ਮੈਲਾਟੋਨਿਨ ਲੈਵਲ ਨੂੰ ਡਿਕਰੀਜ਼ ਕਰਦਾ ਹੈ। ਹੁਣ ਮੈਲਾਟੋਨਿਨ ਉਹ ਕੈਮੀਕਲ ਹੈ ਜੋ ਕਿ ਸਾਡੀ ਕੁਆਲਿਟੀ ਆਫ ਸਲੀਪ ਦੇ ਲਈ ਰਿਸਪੌਂਸਿਬਲ ਹੈ। ਇਸ ਕਰਕੇ ਜੇਕਰ ਅਸੀਂ ਕੰਪਲੀਟਲੀ ਐਕਸਪੋਜ਼ਡ ਰਹਿੰਦੇ ਹਾਂ ਇਸ ਤਰ੍ਹਾਂ ਦੇ ਇਲੈਕਟ੍ਰੋਨਿਕ ਇਕਵਿਪਮੈਂਟਸ ਦੇ ਨਾਲ, ਤੇ ਉਹ ਸਾਡੀ ਕੁਆਲਿਟੀ ਆਫ ਸਲੀਪ ਨੂੰ ਡੀਗ੍ਰੇਡ ਕਰਦਾ ਹੈ। ਇਸੇ ਕਰਕੇ ਮੈਲਾਟੋਨਿਨ ਨੂੰ ਇੱਕ ਸਲੀਪ ਕੈਮੀਕਲ ਵੀ ਕਿਹਾ ਜਾਂਦਾ ਹੈ। ਇਨਫੈਕਟ ਅਸੀਂ ਇਸ ਕੰਮ ਦੀ ਜਗ੍ਹਾ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਗੱਲਬਾਤ ਕਰ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਕੋਈ ਬੁੱਕ ਪੜ੍ਹ ਸਕਦੇ ਹਾਂ, ਜਾਂ ਫਿਰ ਬੈਸਟ ਹੈ ਇੱਕ ਕੁਆਲਿਟੀ ਬਾਤ ਲੈ ਕੇ, ਸਿਮਰਨ ਕਰਕੇ, ਬਾਣੀ ਪੜ੍ਹ ਕੇ ਸੌਂ ਸਕਦੇ ਹਾਂ। ਅਸੀਂ ਇਸੇ ਟੌਪਿਕ ਨੂੰ ਅੱਗੇ ਆਉਣ ਵਾਲੀ ਸੀਰੀਜ਼ ਦੇ ਵਿੱਚ ਡਿਸਕਸ ਕਰਾਂਗੇ। ਆਈ ਹੋਪ ਯੂ ਆਰ ਲਾਈਕਿੰਗ ਦਿਸ। ਪਲੀਜ਼ ਲਾਈਕ ਐਂਡ ਸ਼ੇਅਰ ਵਿਦ ਯੋਰ ਫੈਮਿਲੀ ਐਂਡ ਫਰੈਂਡਸ। ਥੈਂਕਸ ਫॉर ਵਾਚਿੰਗ। ਬਾਏ।